ਧੰਨ ਧੰਨ ਬਾਬਾ ਮਹਾਹਰਨਾਮ ਸਿੰਘ ਜੀ ਕਿਸੇ ਰੰਗ ਵਿੱਚ ਬੈਠੇ ਕਵਿਤਾ ਦੇ ਰੂਪ ਵਿੱਚ ਗਾਉਣ ਲੱਗਦੇ ਸਨ। ਵੇਖਿਆ ਤੇਰਾ ਸ਼ਹਿਰ ਬਠਿੰਡਾ, ਜਿੱਥੇ ਨਾ ਧੋਰੀ ਨਾ ਟਿੰਡਾ, ਨਹਾਉਣ ਧੋਣ ਨੂੰ ਮਿਲੇ ਨਾ ਪਾਣੀ, ਭੂਤ ਵਰਗਾ ਹੋ ਜਾਏ ਪਿੰਡਾ। ਇਸ ਇਲਾਕੇ ਵਿੱਚ ਟਿੱਬੇ ਤਾਂ ਅਜੇ ਵੀ ਦਿਸਦੇ ਹਨ, ਪਰ ਪਾਣੀ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਕਈ ਮੀਲ ਸਫ਼ਰ ਤੈਅ ਕਰਨ ਤੋਂ ਬਾਅਦ ਹੀ ਪਾਣੀ ਨਹੀਂ ਸੀ ਮਿਲਦਾ। ਉਸ ਸਮੇਂ ਤੇ ਹੁਣ ਦੇ ਵਕਤ ਵਿੱਚ ਕਾਫੀ ਅੰਤਰ ਹੈ। ਉਸ ਵਕਤ ਤਾਂ ਧੁੱਪ ਵੀ ਜ਼ਿਆਦਾ ਲੱਗਦੀ, ਕਿਉਂਕਿ ਰੇਤ ਛੇਤੀ ਗਰਮ ਹੋ ਜਾਂਦੀ ਸੀ। ਦੁਪਹਿਰ ਦੇ ਸਮੇਂ ਤਾਂ ਪੰਛੀ ਵੀ ਬਾਹਰ ਨਹੀਂ ਸਨ ਨਿਕਲ ਸਕਦੇ, ਪਰ ਮਹਾਂਪੁਰਖਾਂ ਨੇ ਫਿਰ ਵੀ ਇਹ ਜਗ੍ਹਾ ਨੂੰ ਭਾਗ ਲਾਏ। ਜਿੰਨਾ ਚਿਰ ਸਰੀਰ ਰੂਪੀ ਜਾਮੇ ਵਿੱਚ ਰਹੇ, ਇਸ ਇਲਾਕੇ ਵਿੱਚ ਰਹਿ ਕੇ ਆਨੰਦ ਰਹੇ ਤੇ ਬਚਨ ਕਰਦੇ ਸਨ ਕਿ ਇਸ ਇਲਾਕੇ ਵਿੱਚ ਸਾਡੀਆਂ 3 ਜਗ੍ਹਾ ਹਨ: ਰੂਮੀ ਵਾਲਾ, ਭੁੱਚੋ ਕਲਾਂ ਵਾਲੀ, ਲੇਲੇ ਵਾਲਾ ਪਿੰਡ ਤਲਵੰਡੀ ਸਾਬੋ ਵਿੱਚ ਹਨ। ਇਹ ਸਾਡੇ ਪਿਛਲੇ ਸਮੇਂ ਦੇ ਤਪ ਅਸਥਾਨ ਹਨ, ਪਰ ਇਸ ਸਰੀਰਕ ਜਾਮੇ ਵਿੱਚ ਹੁਕਮ ਭੁੱਚੋ ਕਲਾ ਤੇ ਰੂਮੀ ਵਿੱਚ ਰਹਿਣ ਦਾ ਹੀ ਹੈ। ਆਪ ਕਹਿੰਦੇ ਸਨ ਕਿ ਇਸ ਇਲਾਕੇ ਦੇ ਲੋਕ ਸਿੱਧੇ ਤੇ ਭੋਲੇ ਪਾਲੇ ਹਨ, ਇਹਨਾਂ ਵਿੱਚ ਕੋਈ ਉਤਰਾ ਚੜ੍ਹਾਅ ਨਹੀਂ, ਇਸ ਕਰਕੇ ਸਾਨੂੰ ਬਹੁਤ ਪਸੰਦ ਆਉਂਦੇ ਹਨ। ਧੰਨ ਧੰਨ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਸੇਵਕ 7 ਬਚਨ ਕਹੀ ਕੇ ਜੋ ਹੁਕਮ ਹੋਵੇ ਮੰਨ ਲਵੇ, ਹੀਲ ਹੁਜਤ ਨਾ ਕਰੇ, ਭਾਵੇਂ ਪੜ੍ਹਿਆ ਭਾਵੇਂ ਅਨਪੜ੍ਹ, ਸਾਡੇ ਲਈ ਫਰਕ ਨਹੀਂ। ਸੋ ਇਹ ਹੀ ਮਰਿਆਦਾ ਬਾਬਾ ਜੀ ਬਾਬਾ ਮਹਾਹਰਨਾਮ ਸਿੰਘ ਜੀ ਦੇ ਦਰ ਤੇ ਰਹੀ। ਸਾਰੇ ਸੇਵਕ ਹੀ ਸਤਬਚਨ ਦੇ ਅਧਿਕਾਰੀ ਸਨ। ਕਦੇ ਕਦੇ ਕੋਈ ਆਦਮੀ ਮਨ ਵਿੱਚ ਸੇਵਾ ਕਰਨ ਦਾ ਖਿਆਲ ਤਾਂ ਪੈਦਾ ਕਰ ਲੈਂਦਾ ਹੈ, ਪਰ ਜਦੋਂ ਸੇਵਾ ਕਰਨੀ ਪਵੇ ਤਾਂ ਉਸ ਸਮੇਂ ਇੱਧਰ ਉੱਧਰ ਕਰਨ ਲੱਗ ਜਾਂਦਾ ਹੈ। ਕਈ ਵਾਰੀ ਤਾਂ ਸਤਿਕਾਰ ਕਰਨਾ ਵੀ ਛੱਡ ਦਿੰਦਾ ਹੈ, ਜਿਸ ਦਾ ਫਲ ਸੁਦਾਈ ਨਹੀਂ ਹੁੰਦਾ। ਇਸ ਤਰ੍ਹਾਂ ਦੀ ਉਦਾਹਰਣ ਇੱਥੇ ਰੂਮੀ ਵਿੱਚ ਮਿਲੀ ਹੈ। ਸੇਮਾ ਪਿੰਡ ਦਾ ਕਿਸ਼ਨ ਸਿੰਘ ਕਮਾਲਪੱਤੀ ਦੇ ਰਹਿਣ ਵਾਲਾ ਸੀ, ਜਿਨ੍ਹਾਂ ਨੂੰ ਕੋਟੇ ਮਾਰ ਦੀ ਅਲ ਵੀ ਪੈਂਦੀ ਹੈ। ਅਚਾਨਕ ਇੱਕ ਦਿਨ ਬਾਬਾ ਜੀ ਨੂੰ ਮਿਲ ਪਿਆ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਹਜ਼ੂਰ ਮੇਰੇ ਖੇਤ ਵਿੱਚ ਰਿਹਾਇਸ਼ ਕਰ ਲਵੋ। ਬਾਬਾ ਜੀ ਨੇ ਜਵਾਬ ਦਿੱਤਾ, ਨਹੀਂ, ਹੁਣ ਕਿਸੇ ਵੀ ਇਹੋ ਜਿਹੀ ਥਾਂ ਤੇ ਨਹੀਂ ਰਹਿਣਾ ਜਿੱਥੇ ਕਿਸੇ ਵੀ ਇੱਕ ਦੀ ਮਲਕੀਅਤ ਹੋਵੇ। ਸਰਬਤ ਦੀ ਸਾਂਝੀ ਜਗ੍ਹਾ ਵਿੱਚ ਨਿਵਾਸ ਕਰਾਂਗੇ, ਕਿਉਂਕਿ ਹਜ਼ੂਰ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਸੰਗਤ ਨੇ ਸਾਡੇ ਕੋਲ ਆਉਣਾ ਹੈ ਤੇ ਉਹਨਾਂ ਦੇ ਦੁੱਖ ਦਲਿੱਦਰ ਦੂਰ ਕਰਨੇ ਹਨ ਅਤੇ ਮੂੰਹ ਮੰਗੀਆਂ ਮੁਰਾਦਾਂ ਬਖਸ਼ਿਸ਼ ਕਰਨੀਆਂ ਹਨ। ਇਹ ਸਾਰੀਆਂ ਗੱਲਾਂ ਉੱਥੇ ਹੀ ਹੋਣਗੀਆਂ ਜਿਹੜੀ ਜਗ੍ਹਾ ਸਭ ਦੀ ਸਾਂਝੀ ਹੋਵੇ। ਇਸ ਕਰਕੇ ਉਸ ਨੂੰ ਜਵਾਬ ਦੇ ਦਿੱਤਾ। ਉਸਨੇ ਦੁਬਾਰਾ ਫੇਰ ਬੇਨਤੀ ਕੀਤੀ ਰਹਿਣ ਲਈ। ਬਾਬਾ ਜੀ ਨੇ ਫੇਰ ਜਵਾਬ ਦੇ ਦਿੱਤਾ ਤੇ ਕਿਹਾ ਕਿ ਤੂੰ ਆਪਣੇ ਕਿਤੇ ਵਾਅਦੇ ਤੇ ਨਹੀਂ ਰਹਿਣਾ, ਹੁਣ ਤਾਂ ਬੇਨਤੀ ਕਰਦਾ ਹੈ। ਫਿਰ ਜਦੋਂ ਲੋਕਾਂ ਦੀ ਆਵਾਜਾਈ ਹੋਣ ਲੱਗ ਪਈ ਤਾਂ ਤੂੰ ਇਤਰਾਜ਼ ਕਰੇਗਾ ਤੇ ਮੈਨੂੰ ਚਲੇ ਜਾਣ ਲਈ ਮਜਬੂਰ ਕਰੇਗਾ ਤੇ ਮੈਂ ਜਾਣਾ ਨਹੀਂ। ਕਿਸ਼ਨ ਸਿੰਘ ਨੇ ਕਿਹਾ ਕਿ ਹੁਣ ਇਸ ਸਮੇਂ ਤਾਂ ਤੁਸੀਂ ਰਸਤੇ ਵਿੱਚ ਵੀ ਖੜੇ ਹੋ, ਗਰਮੀ ਬਹੁਤ ਪੈ ਰਹੀ ਹੈ। ਮੈਂ ਆਪ ਆਪਣੇ ਹੱਥੀਂ ਆਪਣੇ ਖੇਤ ਲਿਆ ਕੇ ਆਪ ਜੀ ਨੂੰ ਜਾਣ ਲਈ ਨਹੀਂ ਕਹਾਂਗਾ। ਹੱਠ ਕਰਨ ਕਰਕੇ ਆਪ ਜੀ ਜਾਣ ਲਈ ਰਜ਼ਾਮੰਦ ਹੋ ਕੇ ਉਸ ਦੇ ਨਾਲ ਤੁਰ ਪਏ। ਵੰਨ ਤੇ ਕਕੀਰਾਂ ਦੇ ਵਿੱਚ ਇੱਕ ਥੜਾ ਜੋ ਇੱਟਾਂ ਦਾ ਬਣਿਆ ਹੋਇਆ ਸੀ, ਇਸ ਨੇੜੇ ਪਹੁੰਚ ਕੇ ਕਿਸ਼ਨ ਸਿੰਘ ਜੀ ਨੇ ਆਪ ਨੂੰ ਇਸ ਥੜੇ ਉੱਪਰ ਬੈਠਣ ਦਾ ਇਸ਼ਾਰਾ ਕੀਤਾ ਤੇ ਕਿਹਾ ਕਿ ਇਹ ਜਗ੍ਹਾ ਆਪਣੀ ਹੀ ਸਮਝੋ। ਬਾਬਾ ਜੀ ਨੇ ਕਿਹਾ, ਇਹ ਤੇਰੇ ਖੇਤ ਦਾ ਵਿਚਾਲਾ ਹੈ, ਇਹ ਠੀਕ ਨਹੀਂ। ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣਗੇ ਜਿਨ੍ਹਾਂ ਨੇ ਡੰਡੀਆਂ ਪਾ ਦੇਣੀਆਂ ਹਨ। ਤੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਕੀਤਾ ਜਾਣਾ, ਇਹ ਸੋਚਣਾ ਤੂੰ ਆਪ ਹੈ। ਇਹੋ ਬਚਨ ਕਹਿਣ ਤੋਂ ਬਾਅਦ ਆਪ ਨੇ ਉੱਥੇ ਆਸਣ ਲਾ ਲਿਆ। ਬਾਬਾ ਜੀ ਬਾਬਾ ਮਹਾਹਰਨਾਮ ਸਿੰਘ ਜੀ ਬਚਨ ਕਰਦੇ ਹੁੰਦੇ ਸਨ, ਇਹ ਥੜਾ ਸਾਡਾ ਖਜ਼ਾਨਾ ਹੈ, ਜਿੱਥੇ ਬੈਠ ਕੇ ਅਸੀਂ ਤਪੱਸਿਆ ਕੀਤੀ ਹੈ। ਇਹ ਜਗ੍ਹਾ ਬੜੀ ਕੀਮਤੀ ਹੈ। ਇਸ ਬਾਰੇ ਮਹਾਂਪੁਰਖਾਂ ਨੂੰ ਹੀ ਪਤਾ ਹੋਵੇਗਾ ਕਿ ਇਹ ਖਜ਼ਾਨਾ ਮਾਇਆ ਦਾ ਹੈ ਜਾਂ ਨਾਮ ਦਾ, ਜਾਂ ਕੁਝ ਹੋਰ ਹੀ ਖਜ਼ਾਨਾ ਹੈ। ਇੱਕ ਵਾਰ ਸੰਤ ਨਰੈਣ ਸਿੰਘ ਜੀ ਮਟ ਤਿਆਰ ਕਰਵਾਉਣ ਲੱਗੇ ਸਨ ਤਾਂ ਸੇਵਕਾਂ ਨੂੰ ਕਿਹਾ ਕਿ ਇੱਕ ਤਾਂ ਇਸ ਦੀ ਨੀਂਹ ਡੂੰਘੀ ਨਹੀਂ ਕਰਨੀ, ਦੂਜਾ ਜਗ੍ਹਾ ਦਾ ਸਤਿਕਾਰ ਕਾਇਮ ਰੱਖਣਾ ਹੈ। ਪਰ ਸੇਵਾਦਾਰ ਇਹਨਾਂ ਗੱਲਾਂ ਤੋਂ ਫਿਕਰਮੰਦ ਨਾ ਰਹੇ ਤੇ ਉਹਨਾਂ ਉੱਥੇ ਪਹੁੰਚ ਕੇ ਮਟ ਦੀ ਨੀਂਹ ਡੂੰਘੀ ਪੁੱਟ ਦਿੱਤੀ। ਆਖਿਆ ਬਚਨ ਦੀ ਬੇਪਰਵਾਹੀ ਸੀ। ਫੇਰ ਕੀ ਇੱਕ ਬਹੁਤ ਮੋਟਾ ਸੱਪ ਨਿਕਲ ਆਇਆ। ਸੰਤਾਂ ਨੇ ਉੱਥੇ ਹੀ ਸੇਵਾਦਾਰ ਰੋਕ ਦਿੱਤੇ। ਬਾਅਦ ਵਿੱਚ ਮਿੱਟੀ ਨਾਲ ਨੀਂਹ ਬੰਦ ਕਰਵਾ ਕੇ ਉੱਪਰ ਹੀ ਮਟ ਦੀ ਉਸਾਰੀ ਕਰਾ ਦਿੱਤੀ।
ਇਹ ਮਠ ਇਸ ਸਮੇਂ ਵੀ ਉਸੇ ਹਾਲਤ ਵਿੱਚ ਹੈ, ਕੋਈ ਪਰਿਵਰਤਨ ਨਹੀਂ ਕੀਤਾ ਗਿਆ। ਬਾਬਾ ਜੀ ਜਿੰਨੀ ਦੇਰ ਇੱਥੇ ਠਹਿਰੇ ਹੋਰ ਕੋਈ ਜਗ੍ਹਾ ਨਹੀਂ ਪਾਈ ਸੀ, ਸਿਰਫ ਦਰਖਤ ਹੀ ਸਨ, ਜਿਵੇਂ ਗੁਰਬਾਣੀ ਵਿੱਚ ਅੰਕਿਤ ਹੈ। ਸਾਹਿਬ ਕੀ ਕਰ ਚਾਕਰੀ ਮਨ ਕੀ ਲਾਹ ਪ੍ਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇਰਾਂਦ। ਇਹ ਮਹਾਂਵਾਕ ਅਨੁਸਾਰ ਬਾਬਾ ਜੀ ਨੇ ਸਮਾਂ ਬਤੀਤ ਕੀਤਾ। ਸਮਾਂ ਆਉਣ ਤੇ ਸੰਗਤ ਦੀ ਆਵਾਜਾਈ ਹੋਣ ਲੱਗ ਪਈ। ਸਾਰਾ ਦਿਨ ਲੋਕ ਆਪਣੇ ਘਰੇਲੂ ਦੁੱਖ ਤਕਲੀਫਾਂ ਦੂਰ ਕਰਾਉਣ ਲਈ ਆਉਣ ਲੱਗੇ। ਖੇਤ ਦੇ ਵਿੱਚ ਡੰਡੀਆਂ ਪੈਣ ਲੱਗ ਗਈਆਂ। ਕੁਝ ਦਿਨ ਤਾਂ ਕਿਸ਼ਨ ਸਿੰਘ ਆਪਣੀ ਵਿਸ਼ਾ ਅੰਦਰੇ ਅੰਦਰ ਘੋਲਦਾ ਰਿਹਾ, ਪਰ ਆਖਰ ਉਛਲ ਹੀ ਪਿਆ ਤੇ ਕਹਿਣ ਲੱਗਾ ਕਿ ਮੇਰੀ ਫਸਲ ਖਰਾਬ ਹੋ ਰਹੀ ਹੈ, ਸਾਰੇ ਖੇਤ ਵਿੱਚ ਰਸਤੇ ਹੀ ਬਣਾ ਦਿੱਤੇ ਹਨ। ਇਹ ਸੁਣ ਕੇ ਬਾਬਾ ਜੀ ਨੇ ਕਿਹਾ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ, ਪਰ ਤੂੰ ਸਾਨੂੰ ਮਜਬੂਰ ਕਰਕੇ ਲਿਆਂਦਾ ਸੀ, ਹੁਣ ਇਹ ਤੈਨੂੰ ਸਹਿਨ ਹੀ ਕਰਨਾ ਪਵੇਗਾ। ਥੋੜੀ ਦੇਰ ਤਾਂ ਚੁੱਪ ਰਿਹਾ, ਪਰ ਬਾਅਦ ਵਿੱਚ ਫਿਰ ਬੋਲ ਉੱਠਿਆ। ਇਸੇ ਤਰ੍ਹਾਂ ਕਈ ਵਾਰ ਜ਼ਿਕਰ ਹੁੰਦਾ ਰਿਹਾ। ਬਾਬਾ ਜੀ ਕਦੇ ਜਵਾਬ ਦੇ ਦੇਣ, ਕਦੇ ਚੁੱਪ ਹੀ ਰਹਿਣ। ਮਹਾਂਪੁਰਖ ਸਦਾ ਰੱਬ ਵਿੱਚ ਅਭੇਦ ਰਹਿੰਦੇ ਹਨ, ਆਪ ਵਿੱਚ ਕੁਝ ਨਹੀਂ ਬੋਲਦੇ, ਜੇ ਬੋਲਦੇ ਵੀ ਹਨ ਤਾਂ ਵਾਕ ਅਨੁਸਾਰ। ਬੁਲਾਇਆ ਬੋਲੀ ਤੇਰ, ਜੇ ਹੁਕਮ ਨਾ ਹੋਵੇ ਤਾਂ ਕੋਈ ਕੁਝ ਕਹੀ ਜਾਵੇ, ਜਿਵੇਂ ਹਵਾ ਦਾ ਝੋਕਾ ਆਇਆ ਤੇ ਲੰਘ ਗਿਆ, ਇਉਂ ਸਮਝਦੇ ਹਨ। ਇੱਕ ਦਿਨ ਫਿਰ ਕਿਸ਼ਨ ਸਿੰਘ ਆਪਣੇ ਖੇਤ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦਾ ਇੱਕ ਮਿੱਤਰ ਜੀਤਾ ਸਿੰਘ ਮਿਲ ਪਿਆ, ਜਿਸ ਨੇ ਪੁੱਛਿਆ, ਕਿਸ਼ਨ ਸਿੰਘ ਕਿਸ ਪਾਸੇ ਜਾ ਰਿਹਾ ਹੈ? ਉਸਨੇ ਕਿਹਾ, ਮੇਰੇ ਖੇਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਲੋਕ ਵਾਹੀ ਬੀਜੀ ਜ਼ਮੀਨ ਵਿੱਚ ਡੰਡੀਆਂ ਪਾ ਰਹੇ ਹਨ, ਮੇਰੇ ਕੋਲੋਂ ਇਹ ਸਹਿਨ ਨਹੀਂ ਕੀਤਾ ਜਾਂਦਾ, ਮੇਰਾ ਕੋਈ ਜ਼ੋਰ ਵੀ ਨਹੀਂ ਚੱਲਦਾ। ਜੀਤ ਸਿੰਘ ਨੇ ਕਿਹਾ, ਮੇਰੇ ਸਮਝ ਵਿੱਚ ਨਹੀਂ ਆਇਆ ਕਿ ਇਸ ਵਿੱਚ ਕੀ ਭੇਦ ਹੈ, ਲੋਕ ਕਿਉਂ ਡੰਡੀਆਂ ਪਾਉਂਦੇ ਹਨ। ਇਸ ਤੋਂ ਬਾਅਦ ਕਿਸ਼ਨ ਸਿੰਘ ਨੇ ਆਪਣੀ ਪਿਛਲੀ ਵਾਰਤਾ ਸ਼ੁਰੂ ਕੀਤੀ ਤੇ ਕਹਿਣ ਲੱਗਾ, ਕੋਈ 2 ਮਹੀਨੇ ਪਹਿਲਾਂ ਦੁਪਹਿਰ ਦਾ ਸਮਾਂ ਸੀ। ਇੱਕ ਸਾਧੂ ਭਗਵੇਂ ਵੇਸ ਵਿੱਚ ਇਸ ਰੇਰੂ ਥੱਲੇ ਖੜਾ ਸੀ। ਮੈਂ ਉਹਨੂੰ ਆਪਣੇ ਖੇਤ ਵਿੱਚ ਬੈਠਣ ਲਈ ਕਹਿ ਦਿੱਤਾ। ਜਦੋਂ ਤੋਂ ਸੰਤ ਇੱਥੇ ਬੈਠੇ ਹਨ, ਲੋਕਾਂ ਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਹੈ ਤੇ ਖੇਤ ਵਿੱਚ ਦੀ ਲੰਘਦੇ ਹਨ, ਫਸਲ ਦੀ ਬਰਬਾਦੀ ਹੁੰਦੀ ਹੈ। ਸੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਬਾਬਾ ਜੀ ਕੋਲ ਪਹੁੰਚ ਜਾਂਦੇ ਹਨ। ਸੰਗਤ ਬਾਬਾ ਜੀ ਕੋਲ ਆ ਵੀ ਰਹੀ ਹੈ ਤੇ ਜਾ ਵੀ ਰਹੀ ਹੈ, ਕੁਝ ਕੋਲ ਬੈਠੇ ਵੀ ਹਨ। ਇਹ ਸਭ ਆਪਣੀ ਅੱਖੀਂ ਦੇਖ ਲੈ, ਕਿਸ਼ਨ ਸਿੰਘ ਨੇ ਕਿਹਾ। ਜੀਤ ਸਿੰਘ ਨੇ ਹੈਰਾਨ ਜਿਹਾ ਹੋ ਕੇ ਕਿਹਾ, ਇੰਨਾ ਇਕੱਠ? ਇਹ ਇਕੱਠ ਤੂੰ ਤਾਂ ਅੱਜ ਹੀ ਦੇਖਿਆ ਹੈ, ਮੈਂ ਹਰ ਰੋਜ਼ ਹੀ ਦੇਖਦਾ ਹਾਂ, ਹੁਣ ਤੂੰ ਦੱਸ ਮੈਂ ਕੀ ਕਰਾਂ? ਕਿਸ਼ਨ ਸਿੰਘ ਨੇ ਕਿਹਾ। ਇੰਨੇ ਲੋਕ ਕਿਉਂ ਆਉਂਦੇ ਹਨ? ਮੈਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ, ਕਿਸ਼ਨ ਸਿੰਘ ਨੇ ਉੱਤਰ ਦਿੱਤਾ। ਜੀਤਾ ਸਿੰਘ ਦੇ ਮਨ ਦੇ ਵਿੱਚ ਖਿਆਲ ਆਇਆ, ਇਸ ਨੂੰ ਇਸ ਵੇਲੇ ਗੁੱਸਾ ਆਇਆ ਹੈ, ਮੈਂ ਇਸ ਨੂੰ ਸਲਾਹ ਦੇਵਾਂ? ਤਾਂ ਜੀਤ ਸਿੰਘ ਨੇ ਕਿਹਾ, ਕਿਸ਼ਨ ਸਿੰਘ ਦੇਖ, ਇੱਥੇ ਕਿੰਨੇ ਲੋਕ ਆਉਂਦੇ ਹਨ, ਕਦੇ ਕਿਸੇ ਸਾਧ ਕੋਲ ਕਦੇ ਇੰਨੇ ਆਉਂਦੇ ਨਹੀਂ ਦੇਖੇ। ਭੁੱਲਿਆ ਭਟਕਿਆ ਕੋਈ ਇੱਕ ਅੱਧਾ ਆ ਜਾਵੇ, ਪਰ ਇੱਥੇ ਤਾਂ ਅਨੇਕਾਂ ਹੀ ਆਉਂਦੇ ਜਾਂਦੇ ਹਨ। ਜ਼ਰੂਰ ਇਹ ਸਾਧੂ ਵਿੱਚ ਕੋਈ ਸ਼ਕਤੀ ਜਾਂ ਕਰਾਮਾਤ ਹੋਵੇਗੀ। ਤੇਜ਼ੀ ਵਿੱਚ ਆ ਕੇ ਕੋਈ ਗਲਤ ਕੰਮ ਨਾ ਕਰ ਬੈਠੀ, ਕਿਤੇ ਬਾਅਦ ਵਿੱਚ ਮਨ ਨੂੰ ਪਛਤਾਪ ਹੋਵੇ। ਸੋ ਤੂੰ ਇੱਥੇ ਠਹਿਰ, ਮੈਂ ਇਕੱਲਾ ਹੀ ਸੰਤਾਂ ਕੋਲ ਜਾ ਕੇ ਆਉਂਦਾ ਹਾਂ। ਜੀਤਾ ਸਿੰਘ ਬਾਬਾ ਜੀ ਕੋਲ ਪਹੁੰਚ ਕੇ ਨਮਸਕਾਰ ਕਰਕੇ ਬੈਠ ਗਿਆ। ਬਾਬਾ ਜੀ ਕਿਸੇ ਪ੍ਰੇਮੀ ਨਾਲ ਬਚਨ ਕਰ ਰਹੇ ਸਨ, ਇਹ ਸੁਣਦਾ ਰਿਹਾ। ਜੀਤਾ ਸਿੰਘ ਨੇ ਕਈ ਵਾਰ ਬਾਬਾ ਜੀ ਦੇ ਮੁਖ ਵੱਲ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਬਾਬਾ ਜੀ ਕੋਲ ਬੈਠੇ ਪ੍ਰੇਮੀ ਘਰਾਂ ਨੂੰ ਵਾਪਸ ਜਾਣ ਲੱਗੇ ਤਾਂ ਇਹ ਵੀ ਉਸੇ ਤਰ੍ਹਾਂ ਉੱਠ ਕੇ ਨਾਲ ਹੀ ਤੁਰ ਪਿਆ ਤੇ ਵਾਪਸ ਕਿਸ਼ਨ ਸਿੰਘ ਕੋਲ ਆ ਪਹੁੰਚਿਆ। ਜੀਤਾ ਸਿੰਘ ਨੇ ਪਹੁੰਚ ਕੇ ਕਿਸ਼ਨ ਸਿੰਘ ਨੂੰ ਕਿਹਾ ਕਿ ਮੈਂ ਤਾਂ ਬਹੁਤ ਕੁਝ ਦੇਖ ਆਇਆ ਹਾਂ, ਮੈਨੂੰ ਤਾਂ ਸ਼ਕਤੀ ਵਾਲੇ ਮਹਾਂਪੁਰਖ ਲੱਗਦੇ ਹਨ, ਕਿਉਂਕਿ ਮੈਂ ਉਹਨਾਂ ਵੱਲ ਨਿਗਾਹ ਉੱਚੀ ਕਰਕੇ ਵੀ ਨਹੀਂ ਦੇਖ ਸਕਿਆ। ਕਈ ਵਾਰ ਕੋਸ਼ਿਸ਼ ਕੀਤੀ ਪਰ ਅਸਫਲ ਹੀ ਰਿਹਾ। ਉੱਥੇ ਹੋਰ ਵੀ ਸੰਗੀ ਉਹਨਾਂ ਦੇ ਚਿਹਰੇ ਵੱਲ ਨਹੀਂ ਝਾਕਦੇ ਸਨ। ਉਹਨਾਂ ਦੀ ਕਮਾਈ ਅੱਗੇ ਸਿਰ ਝੁਕ ਜਾਂਦਾ ਹੈ ਤੇ ਦਿਲ ਕੰਬ ਉੱਠਦਾ ਹੈ। ਮੇਰੇ ਸਮਝ ਵਿੱਚ ਆ ਗਏ ਹਨ, ਪਰ ਕੁਝ ਗੱਲਾਂ ਆਪਣੇ ਆਪ ਨਾਲ ਹੀ ਕਰ ਜਾਂਦੇ ਹਨ ਸਨ। ਬਾਕੀ ਮੈਨੂੰ ਜੋ ਆਨੰਦ ਉਹਨਾਂ ਦੇ ਕੋਲ ਬੈਠ ਕੇ ਆਇਆ ਹੈ, ਉਸ ਤਰ੍ਹਾਂ ਦਾ ਰਸ ਕਦੇ ਜ਼ਿੰਦਗੀ ਵਿੱਚ ਨਹੀਂ ਆਇਆ। ਜਿਹੇ ਮੇਰੇ ਖੇਤ ਵਿੱਚ ਰਹਿਣ ਤਾਂ ਮੈਂ ਜ਼ਿੰਦਗੀ ਭਰ ਇਹਨਾਂ ਦੀ ਸੇਵਾ ਕਰਾਂ। ਮੇਰੇ ਕਹਿਣ ਤੇ ਸਮਝ ਵਿੱਚ ਆ ਕੇ ਇਹਨਾਂ ਦੇ ਲਈ ਥੜੇ ਵਾਲੀ ਥਾਂ ਤੇ ਕੋਈ ਕਮਰਾ ਤਿਆਰ ਕਰ ਦੇ। ਪਰ ਕਿਸ਼ਨ ਸਿੰਘ ਨੇ ਇਸ ਦਾ ਉਲਟ ਗੁੱਸਾ ਕੀਤਾ ਤੇ ਨਾਰਾਜ਼ਗੀ ਜਿਹੀ ਦਿਖਾ ਕੇ ਕਿਹਾ,
ਕਿ ਮੇਰਾ ਖੇਤ ਉੱਜੜ ਰਿਹਾ ਹੈ, ਤੂੰ ਕਹਿੰਦਾ ਹੈ ਛੱਤ ਪਾ ਦੇ। ਕਿਸੇ ਦੇ ਘਰ ਅੱਗ ਲੱਗੀ ਬਸੰਤਰ ਲੱਗਦੀ ਹੈ, ਆਪ ਦੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਅੱਗ ਦਿਸਦੀ ਹੈ। ਇਸੇ ਤਰ੍ਹਾਂ ਗੁੱਸੇ ਦਾ ਭਰਿਆ ਬਾਬਾ ਜੀ ਦੇ ਕੋਲ ਪਹੁੰਚ ਗਿਆ ਤੇ ਬੋਲਿਆ, ਛੇਤੀ ਇੱਥੋਂ ਚੱਲਿਆ ਜਾ। ਪਰ ਬਾਬਾ ਜੀ ਨੇ ਕੋਈ ਉੱਤਰ ਨਾ ਦਿੱਤਾ। ਉਸਨੇ ਫੇਰ ਇਹ ਗੱਲ ਦੁਹਰਾਈ ਤਾਂ ਆਪ ਸਹਿਜ ਨਾਲ ਬੋਲੇ, ਤੂੰ ਉਠਾ ਕੇ ਜਿੱਥੇ ਤੇਰੀ ਮਰਜ਼ੀ ਉੱਥੇ ਬਿਠਾ ਦੇ। ਇੰਨਾ ਕੁਝ ਕਹਿਣ ਦੀ ਦੇਰ ਸੀ ਕਿ ਕਿਸ਼ਨ ਸਿੰਘ ਨੇ ਬਾਬਾ ਜੀ ਦੀ ਬਾਂਹ ਫੜ ਲਈ, ਜਿਸ ਨੂੰ ਦੇਖ ਕੇ ਜੀਤਾ ਸਿੰਘ ਵੀ ਕੋਲ ਭੱਜ ਕੇ ਆ ਗਿਆ ਤੇ ਕਹਿਣ ਲੱਗਾ, ਕਿਸ਼ਨ ਸਿੰਘ ਇਹ ਕੰਮ ਨਾ ਕਰ। ਤਾਂ ਕਿਸ਼ਨ ਸਿੰਘ ਨੇ ਕਿਹਾ, ਤੂੰ ਮੇਰੇ ਕੰਮ ਵਿੱਚ ਦਾਖਲਾ ਦੇਣ ਵਾਲਾ ਹੁੰਦਾ ਕੌਣ ਹੈ? ਪਿੱਛੇ ਹੋ ਜਾ। ਇਹ ਸੁਣ ਕੇ ਜੀਤਾ ਸਿੰਘ ਪਿੱਛੇ ਹੋ ਗਿਆ ਤੇ ਕਿਹਾ ਕਿ ਹੁਣ ਤਾਂ ਮੇਰਾ ਜੋਰ ਨਹੀਂ ਚੱਲਦਾ, ਪਰ ਮੈਂ ਇੱਕ ਕੁਮਾ ਜ਼ਮੀਨ ਬੈ ਲੈ ਕੇ ਇੱਥੇ ਹੀ ਨੇੜੇ ਸੰਤਾਂ ਦੀ ਜਗ੍ਹਾ ਬਣਾ ਦਿਆਂਗਾ, ਫਿਰ ਦੇਖਾਂਗਾ ਕੌਣ ਇਹਨਾਂ ਨੂੰ ਉਠਾ ਸਕੇਗਾ। ਅੱਗੋਂ ਬਾਬਾ ਜੀ ਨੇ ਜੀਤਾ ਸਿੰਘ ਨੂੰ ਹਿਦਾਇਤ ਕੀਤੀ ਕਿ ਆਪਾਂ ਕੁਝ ਨਹੀਂ ਬੋਲਣਾ। ਉਸ ਨੂੰ ਹੱਥ ਦੇ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਜਿਸ ਤਰ੍ਹਾਂ ਮੈਂ ਇਹ ਮੁੱਕੀ ਵੱਟ ਕੇ ਹੱਥ ਮੁੱਦੀ ਕੀਤਾ ਹੈ, ਇਹ ਇਸੇ ਤਰ੍ਹਾਂ ਹੀ ਮੁੱਦਾ ਹੋ ਜਾਏਗਾ। ਫਿਰ ਹੱਸ ਪਏ। ਕਿਸ਼ਨ ਸਿੰਘ ਆਪ ਨੂੰ ਉੱਥੋਂ ਖਿੱਚ ਕੇ 500 ਗਜ ਦੇ ਫਾਸਲੇ ਤੇ ਦੱਖਣ ਵਾਲੇ ਪਾਸੇ ਖਿੱਚ ਲਿਆਇਆ, ਜਿੱਥੇ ਕਿ ਇੱਕ ਜੰਡ ਦਾ ਰੁੱਖ ਸੀ। ਹੁਣ ਵੀ ਇੱਥੇ ਥੜੇ ਦੀ ਨਿਸ਼ਾਨੀ ਮੱਟ ਦੇ ਰੂਪ ਵਿੱਚ ਮੌਜੂਦ ਹੈ। ਉੱਥੇ ਕਿਸ਼ਨ ਸਿੰਘ ਆਪਣੇ ਵੱਲੋਂ ਬਾਬਾ ਜੀ ਨੂੰ ਸੁੱਟ ਕੇ ਚਲਾ ਗਿਆ। ਇਸ ਬੇਦਬੀ ਦੇ ਬਾਅਦ ਫਿਰ ਕੀ ਸੀ, ਕਿਸ਼ਨ ਸਿੰਘ ਤੇ ਮੌਤ ਦੇ ਬੱਦਲ ਮੰਡਰਾਉਣ ਲੱਗ ਪਏ। ਕੁਝ ਕੁ ਦਿਨਾਂ ਬਾਅਦ ਹੀ ਆਪਣੇ ਘਰ ਦੇ ਡੰਗਰ, ਮੱਝਾਂ ਤੇ ਵੱਛੇ ਬਿਹੜ ਕੇ ਪਾਣੀ ਪਿਲਾਉਣ ਲਈ ਨੇੜੇ ਦੇ ਛੱਪੜ ਤੇ ਲੈ ਗਿਆ। ਉਸਦੇ ਆਪਣੇ ਹੀ ਬਿਹੜਕੇ ਨੇ ਉਸਦੇ ਪਿੱਛੇ ਹੋ ਕੇ ਉਸ ਦੀਆਂ ਲੱਤਾਂ ਦੇ ਵਿਚਾਲੇ ਸਿੰਗ ਪਾ ਕੇ ਉੱਪਰ ਚੁੱਕ ਕੇ ਜਦੋਂ ਥੱਲੇ ਸੁੱਟਿਆ ਹੀ ਸੀ ਕਿ ਮੁੜ ਇਹ ਦੁਨੀਆ ਤੋਂ ਚਲਦਾ ਬਣਿਆ। ਇਸ ਸਾਖੀ ਬਾਰੇ ਪ੍ਰਮਾਣ ਕੁਝ ਮੌਜੂਦ ਬਜ਼ੁਰਗ ਦੱਸਦੇ ਹਨ ਕਿ ਬਾਬਾ ਜੀ ਨੇ ਕਿਹਾ ਸੀ, ਜਿਵੇਂ ਤੂੰ ਸਾਨੂੰ ਖਿੱਚਿਆ, ਤੂੰ ਵੀ ਇਸੇ ਤਰ੍ਹਾਂ ਖਿੱਚ ਕੇ ਮਰੇਗਾ। ਸੋ ਉਹ ਆਪਣੇ 2 ਬਿਹੜਕਿਆਂ ਨੂੰ ਪਾਣੀ ਪਿਲਾਉਣ ਗਿਆ ਸੀ ਤੇ ਉਹ ਉਸ ਨੂੰ ਖਿੱਚ ਕੇ ਲੈ ਗਏ ਤੇ ਉਸੇ ਸਮੇਂ ਹੀ ਖੜੇ ਜਦੋਂ ਉਸ ਦੀ ਜਾਨ ਨਿਕਲ ਗਈ। ਸਤਿਗੁਰ ਦੇ ਵਾਕ ਸੱਚ ਹੋ ਗਏ, ਕਿਉਂਕਿ ਸੰਤਾਂ ਦੀ ਬੇਦਬੀ ਜੋ ਕੀਤੀ ਸੀ, ਸੰਤ ਕਾਲੀ ਧਰਤ ਬਿਦਾਰਿਓ, ਸੰਤ ਕਾ ਨਿੰਦਕ ਆਕਾਸ਼ ਤੇ ਟਾਰਿਓ, ਸੰਤ ਕਾ ਦੋਖੀ ਅਦਬੀਸ਼ ਤੇ ਟੁੱਟੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਮਿਹਰ ਰੱਖਿਓ, ਬਖਸ਼ ਲਿਓ, ਆਪਣੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸ਼੍ਰੀ ਵਾਹਿਗੁਰੂ ਜੀ।